ਸੁਖੀ ਵਸਣ ਤੇ ਸੁੱਖ ਨੂੰ ਪਾਵਨ ਦੀ, ਬੜੀ ਆਸ ਹੈ ਸੁੱਖ ਹੰਢਾਵਨ ਦੀ। ਸੁੱਖ ਬਿਨਾਂ ਨਸੀਬਾਂ ਨਹੀਂ ਮਿਲਦਾ, ਕੋਸ਼ਿਸ਼ ਕਰਦੀ ਹਾਂ ਜੋਤ ਨਾਲ ਜੋਤ ਮਿਲਾਵਨ ਦੀ। ਅਮਨ ਵਕਤ ਰਹਿੰਦਿਆਂ ਬੁੱਝ ਮੂਲ ਆਪਣਾ, ਇਹੋ ਜੁਗਤ ਹੈ ਜਾਨ ਬਚਾਵਨ ਦੀ, ਇਹੋ ਜੁਗਤ ਹੈ ਜਾਨ ਬਚਾਵਨ ਦੀ। ਚੈਨਲ ਤੂੰ ਸਤ ਅਖੰਡ ਜੋਤ ਤੇ ਪ੍ਰੋਗਰਾਮ ਸੁਗੜ ਵਿਚਾਰ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਸੁਗੜ ਵਿਚਾਰ ਵਿੱਚ ਅੱਜ ਜੋ ਮੇਰੇ ਬੋਲਣ ਦਾ ਪਹਿਲੂ ਹੈ ਉਹ ਹੈ ਸੁੱਖ ਹੰਢਾਵਨ ਦੀ ਆਸ। ਘਰ ਵਿੱਚ ਜਦੋਂ ਕੋਈ ਚੀਜ਼ ਖਰੀਦ ਕੇ ਲਿਆਉਣੀ ਤੇ ਲਿਆ ਕੇ ਘਰ ਦੇ ਵੱਡਿਆਂ ਨੂੰ ਦਿਖਾਉਣੀ ਤਾਂ ਉਹਨਾਂ ਚੀਜ਼ ਵੇਖ ਕੇ ਅਸੀਸ ਦੇਣੀ ਤੇ ਕਹਿਣਾ ਕਿ ਮਾਲਕ ਸੁੱਖ ਹੰਢਾਉਣੀ ਕਰੇ। ਬਚਪਨ ਤੋਂ ਇਹ ਗੱਲ ਸੁਣਦੇ ਸੁਣਦੇ ਜਦੋਂ ਵੱਡੇ ਹੋਏ ਤਾਂ ਆਪ ਵੀ ਸੁਭਾਵਕ ਸੁਣੀ ਹੋਈ ਗੱਲ ਮੁਤਾਬਕ ਕਿਸੇ ਦੀ ਨਵੀਂ ਚੀਜ਼ ਤੇ ਸੁਭਾਵਕ ਹੀ ਇਹ ਪ੍ਰਤੀਕਿਰਿਆ ਦੇਣੀ ਤੇ ਕਹਿਣਾ ਕਿ ਮਾਲਕ ਸੁੱਖ ਹੰਢਾਉਣੀ ਕਰੇ। ਪਰ ਜਦੋਂ ਇੱਕ ਦਿਨ ਕਿਸੇ ਆਪਣੇ ਦੀ ਖਰੀਦੀ ਚੀਜ਼ ਤੇ ਇਹ ਸੁਭਾਵਕ ਵਾਕਈ ਪ੍ਰਤੀਕਿਰਿਆ ਦਿੱਤੀ ਤੇ ਕਿਹਾ ਕਿ ਮਾਲਕ ਸੁੱਖ ਹੰਢਾਉਣੀ ਕਰੇ ਤਾਂ ਪਤਾ ਨਹੀਂ ਕਿਉਂ ਸਮਝ ਦਾ ਮੱਥਾ ਟਣਕਿਆ ਤੇ ਗਹਿਰੇ ਖਿਆਲਾਂ ਵਿੱਚ ਡੁੱਬੀ ਦੇ ਅੰਦਰੋਂ ਆਵਾਜ਼ ਆਈ ਕਿ ਇੱਥੇ ਸੁੱਖ ਕੀ ਹੈ ਤੇ ਸੁੱਖ ਕਿਵੇਂ ਹੰਢਾਈਦਾ ਹੈ। ਦਿਲ ਦਿਮਾਗ ਅੰਦਰ ਜਦੋਂ ਇਹ ਸਵਾਲੀਆ ਬੋਲ ਗੂੰਜੇ ਤਾਂ ਇੱਕ ਵਾਰੀ ਹੱਥਾਂ ਪੈਰਾਂ ਦੀ ਪੈ ਗਈ, ਕਿਉਂਕਿ ਆਪਣੀ ਹੀ ਜ਼ੁਬਾਨ ਦੇ ਅਲਾਪੇ ਅਲਫਾਜ਼ ਆਪਣੇ ਹੀ ਸਾਹਮਣੇ ਖੜੇ ਹੋ ਆਪਣੀ ਹੀ ਸਮਝ ਨੂੰ ਆਪਣੀ ਹੀ ਸਿਆਣਪ ਨੂੰ ਚੁਣੌਤੀ ਦਿੰਦੇ ਪ੍ਰਤੀਤ ਹੋਏ। ਇਸ ਲਈ ਦਿਮਾਗ ਨੇ ਝੱਟ ਦਿਨ ਇਹਨਾਂ ਸਵਾਲਾਂ ਦੇ ਜਵਾਬ ਪਾਉਣ ਲਈ ਘੋਖ ਪੜਤਾਲ ਸ਼ੁਰੂ ਕੀਤੀ ਕਿ ਸੋਚ ਸਮਝ ਦੇ ਵਿਹੜੇ ਖੁੰਭ ਵਾਂਗ ਇੱਕ ਦੇ ਬਾਅਦ ਇੱਕ ਨਵਾਂ ਤਰਕ ਉੱਠਣ ਲੱਗਾ, ਜਿਸ ਨੇ ਅੱਗੇ ਇੱਕ ਲੰਬੀ ਸਵਾਲੀ ਜਵਾਬੀ ਵਾਰਤਾਲਾਪ ਛੇੜ ਦਿੱਤੀ ਜ਼ਿਹਨ ਵਿੱਚ। ਜੇ ਵੇਖਿਆ ਜਾਵੇ ਤਾਂ ਜਦੋਂ ਇਨਸਾਨ ਦਾ ਜਨਮ ਹੁੰਦਾ ਹੈ ਉਦੋਂ ਤੋਂ ਹੀ ਇਨਸਾਨ ਦਾ ਸੰਸਾਰ ਹੰਢਾਈ ਦਾ ਸਫ਼ਰ ਸ਼ੁਰੂ ਹੋ ਜਾਂਦਾ ਹੈ। ਰਿਸ਼ਤੇ ਨਾਤੇ, ਯਾਰੀ ਦੋਸਤੀ, ਦੌਲਤ ਸ਼ੌਹਰਤ, ਰੁਤਬਾ, ਹਕੂਕ, ਘਰ ਕੋਠੀ, ਲੀੜਾ ਕੱਪੜਾ, ਹਰ ਸ਼ੈ ਨੂੰ ਬੰਦਾ ਸੁੱਖ ਦੀ ਚਾਹਤ ਰੱਖ ਕੇ ਹੰਢਾਉਂਦਾ ਹੈ ਤੇ ਹਰ ਸ਼ੈ ਦੇ ਆਉਣ ਤੇ ਬੰਦੇ ਨੂੰ ਅਸੀਸ ਰੂਪ ਵਾਕ ਵੀ ਇਹੀ ਸੁਣਨ ਨੂੰ ਮਿਲਦੇ ਹਨ ਕਿ ਮਾਲਕ ਸੁੱਖ ਹੰਢਾਉਣੀ ਕਰੇ। ਪਰ ਕੀ ਸਹੀ ਵਿੱਚ ਕੋਈ ਸ਼ੈ ਸੁੱਖ ਹੰਢਾਉਣੀ ਹੋਈ? ਸੁੱਖ ਹੰਢਾਉਣ ਦੀ ਮਨਸਾ ਨਾਲ ਇਕੱਠੀਆਂ ਕੀਤੀਆਂ ਵਸਤਾਂ ਨੇ ਕੀ ਸੁੱਖ ਦਿੱਤਾ? ਨਹੀਂ ਦਿੱਤਾ, ਕਿਉਂਕਿ ਜੇ ਇਹ ਵਸਤਾਂ ਇਹ ਸਾਜੋ ਸਮਾਨ ਸੁੱਖ ਦਿੰਦੇ ਤਾਂ ਘੱਟੋ ਘੱਟ ਅੱਜ ਇਹਨਾਂ ਵਸਤਾਂ ਦਾ ਮਾਲਕ ਬੰਦਾ ਤਾਂ ਸੁਖੀ ਹੁੰਦਾ। ਘੱਟੋ ਘੱਟ ਅੱਜ ਉੱਚੇ ਰੁਤਬੇ ਵਾਲਾ ਤਾਂ ਸੁਖੀ ਹੁੰਦਾ, ਦੌਲਤ ਸ਼ੌਹਰਤ ਵਾਲਾ, ਵੱਡੀ ਲਾਣੇਦਾਰੀ ਵਾਲਾ, ਸੋਹਣੀਆਂ ਕਾਰਾਂ ਗੱਡੀਆਂ ਵਾਲਾ, ਉੱਚੀਆਂ ਕੋਠੀਆਂ ਮਹਿਲਾਂ ਵਾਲਾ ਕੋਈ ਤਾਂ ਸੁਖੀ ਹੁੰਦਾ। ਅੱਜ ਤਾਂ ਜਿਸ ਨੂੰ ਵੀ ਛੇੜ ਕੇ ਵੇਖ ਲਓ ਉਹ ਹੀ ਆਪਣੇ ਦੁੱਖਾਂ ਦੀ ਕਹਾਣੀ ਸ਼ੁਰੂ ਕਰਕੇ ਬੈਠ ਜਾਂਦਾ ਹੈ। ਇਸ ਸੰਸਾਰ ਵਿੱਚ ਕੋਈ ਸੁਖੀ ਨਹੀਂ। ਗੁਰਬਾਣੀ ਫਰਮਾਨ ਹੈ, ਨਾਨਕ ਦੁਖੀਆ ਸਭ ਸੰਸਾਰ। ਗੁਰੂ ਗੁਰਬਾਣੀ ਤੋਂ ਤੁਰ ਰੂਹਾਨੀ ਫਲਸਫਿਆਂ ਰਾਹੀਂ ਹੁੰਦੇ ਹੋਏ ਸੂਫੀ ਕਵੀਆਂ ਦੀਆਂ ਕਾਫੀਆਂ ਕਲਾਮ ਤੱਕ ਫੋਲ ਕੇ ਵੇਖ ਲਓ। ਹਰ ਕਿਸੇ ਨੇ ਆਪਣੇ ਆਪਣੇ ਤਰੀਕੇ ਨਾਲ ਇਸ ਸੰਸਾਰ ਦੇ ਸੰਸਾਰੀ ਸੁੱਖ ਦੀ ਅਲਫਾਜੀ ਤੇ ਖੋਖਲੀ ਤਸਵੀਰ ਨੂੰ ਬਿਆਨ ਕਰਦਿਆਂ ਇਸ ਸੰਸਾਰ ਨੂੰ ਦੁੱਖਾਂ ਦਰਦਾਂ ਦਾ ਪੀੜਾਂ ਦਾ ਸਰਨਾਵਾ ਦੇ ਕੇ ਸੰਬੋਧਿਤ ਕੀਤਾ ਹੈ ਤੇ ਕਿਹਾ ਹੈ ਕਿ ਇਹ ਸੰਸਾਰ ਦੁੱਖਾਂ ਪੀੜਾਂ ਦਾ ਘਰ ਹੈ। ਗੁਰੂ ਗੁਰਬਾਣੀ ਫਰਮਾਨ ਹੈ, ਜਨਮ ਮਰਨ ਵਿੱਚ ਦੁੱਖ ਸੁਭਾਇਆ, ਜਨਮ ਜਰੀਏ ਇਸ ਮਾਤ ਲੋਕ ਵਿੱਚ ਆ। ਜਿਸ ਸੰਸਾਰੀ ਜੀਵਨ ਨੂੰ ਅਸੀਂ ਹੰਢਾ ਰਹੇ ਹਾਂ ਇਹ ਸੰਸਾਰੀ ਜੀਵਨ ਵਿੱਚ ਸੁੱਖ ਹੈ ਨਹੀਂ। ਬੇਸ਼ੱਕ ਧਨ ਦੌਲਤ ਇਕੱਠੀ ਕਰ ਅਸੀਂ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਕਰ ਲੈਂਦੇ ਹਾਂ, ਆਪਣੇ ਆਪ ਨੂੰ ਆਰਾਮਦਾਇਕ ਸੁਖਾਲੀਆਂ ਪਰਿਸਥਿਤੀਆਂ ਵਿੱਚ ਪਾ ਲੈਂਦੇ ਹਾਂ, ਪਰ ਫਿਰ ਵੀ ਉਹ ਸੁੱਖ ਸਕੂਨ ਜਿਸ ਨੂੰ ਪਾ ਅਸੀਂ ਕਹਿ ਸਕੀਏ ਕਿ ਅਸੀਂ ਸੰਤੁਸ਼ਟ ਹਾਂ, ਅਸੀਂ ਹੁਣ ਤ੍ਰਿਪਤ ਹਾਂ, ਉਹ ਮਟੀਰੀਅਲ ਰੂਪ ਵਿੱਚੋਂ ਸਾਨੂੰ ਕਦੇ ਨਹੀਂ ਮਿਲਦਾ। ਸਕੂਨ ਦਾ ਸੁੱਖ ਦਾ ਜੋ ਭਾਵ ਜੋ ਸਦੀਵੀ ਰੂਪ ਇਨਸਾਨ ਦਾ ਅੰਦਰ ਵਾਲਾ ਆਤਮਕ ਤਲ ਲੋਚਦਾ ਹੈ ਉਹ ਮਟੀਰੀਅਲ ਰੂਪ ਚੋਂ ਕਦੀ ਮਿਲ ਹੀ ਨਹੀਂ ਸਕਦਾ, ਕਿਉਂਕਿ ਮਟੀਰੀਅਲ ਰੂਪ ਵਿੱਚ ਉਹ ਸੁੱਖ ਹੈ ਹੀ ਨਹੀਂ। ਗੁਰੂ ਗੁਰਬਾਣੀ ਫਰਮਾਨ ਕਰਦੀ ਹੈ, ਸੁੱਖ ਨਾਹੀਂ ਬਹੁਤੈ ਧਨ ਖਾਟੇ, ਸੁੱਖ ਨਾਹੀਂ ਪੇਖੇ ਨਿਰਤ ਨਾਟੇ, ਸੁੱਖ ਨਾਹੀਂ ਬਹੁ ਦੇਸ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਉਹ ਅਸਲ ਸੁੱਖ ਜਿਸ ਦੀ ਸਾਡੇ ਆਤਮਕ ਤਲ ਨੂੰ ਚਾਹਨਾ ਹੁੰਦੀ ਹੈ, ਉਹ ਅਸਲ ਸਦੀਵੀ ਸੁੱਖ ਮਾਲਕ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਦੇ ਨਾਮ ਵਿੱਚ ਹੈ, ਪੂਰੇ ਪੁਰਖ ਦੀ ਬੰਦਗੀ ਇਬਾਦਤ ਵਿੱਚ ਹੈ, ਸਿਫਤ ਸਲਾਹ ਵਿੱਚ ਹੈ, ਸਤ ਸਰੂਪ ਸਤਿਪੁਰਖ ਪਿਤਾ ਜੀ ਦੇ ਚਰਨਾਂ ਵਿੱਚ ਹੈ। ਜਨਮ ਮਰਨ ਦੇ ਗੇੜ ਤੋਂ ਨਜਾਤ ਪਾ
ਅਸਲ ਘਰ ਨਿਜ ਘਰ ਕੀਤੀ ਵਾਪਸੀ ਵਿੱਚ ਹੈ। ਤੇ ਫਿਰ ਇਸ ਕਾਇਆ ਰੂਪ ਮਟੀਰੀਅਲ ਵਿੱਚ ਆ ਪੈਸਾ ਧੇਲਾ, ਦੌਲਤ ਸ਼ੌਹਰਤ, ਰੁਤਬਾ, ਲੀੜਾ ਕੱਪੜਾ, ਮੋਟਰ ਗੱਡੀਆਂ ਆਦਿ ਰੂਪ ਮਟੀਰੀਅਲ ਹੰਢਾ ਸਾਨੂੰ ਸੁੱਖ ਪ੍ਰਾਪਤ ਕਿਵੇਂ ਹੋਵੇਗਾ? ਕਿਉਂਕਿ ਸੁੱਖ ਹੰਢਾਉਣ ਦੀ ਮਨਸਾ ਨਾਲ ਜੋ ਸੋਰਸ ਅਸੀਂ ਇਕੱਠੇ ਕੀਤੇ, ਜਿਨ੍ਹਾਂ ਲਈ ਸਾਨੂੰ ਸਾਡੇ ਵੱਡਿਆਂ ਨੇ ਸੁੱਖ ਹੰਢਾਉਣ ਦਾ ਆਸ਼ੀਰਵਾਦ ਦਿੱਤਾ, ਉਹ ਸਭ ਕਿਤੇ ਨਾ ਕਿਤੇ ਸੁੱਖ ਦੇ ਵਿਪਰੀਤ ਜਾ ਕਿਸੇ ਨਾ ਕਿਸੇ ਰੂਪ ਵਿੱਚ ਦੁੱਖ ਦਾ ਕਾਰਨ ਬਣੇ। ਤੇ ਫਿਰ ਇਹ ਸਭ ਚੀਜ਼ਾਂ ਇਨਸਾਨ ਦੀਆਂ ਸਦੀਵੀ ਸੁੱਖਾਂ ਦੀਆਂ ਆਸਾਂ ਕਿਵੇਂ ਪੂਰੀਆਂ ਕਰਨਗੀਆਂ? ਸੋ ਇਸ ਲਈ ਜੇ ਸੁੱਖ ਹੰਢਾਉਣਾ ਚਾਹੁੰਦੇ ਹਾਂ ਤਾਂ ਪਹਿਲਾਂ ਇਸ ਮਾਨਸ ਜਨਮ ਨੂੰ, ਇਸ ਕਾਇਆ ਰੂਪ ਨੂੰ ਸਹੀ ਤਰੀਕੇ ਨਾਲ ਹੰਢਾਈਏ ਤੇ ਇਸ ਨਾਲ ਉਹ ਕੰਮ, ਉਹ ਕਰਮ ਕਰੀਏ ਜਿਸ ਲਈ ਸਾਨੂੰ ਇਹ ਮਾਨਸ ਜਨਮ, ਇਹ ਮਨੁੱਖੀ ਕਾਇਆ ਮਿਲੀ ਹੈ। ਇਸ ਮਾਨਸ ਦੇਹ ਦੀ ਪੂਰਨ ਹੰਢਾਈ ਕਰ ਜੇ ਅਸੀਂ ਆਪਣੇ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਵਾਲੇ ਮਕਸਦ ਨੂੰ ਪ੍ਰਾਪਤ ਕਰ ਜਾਂਦੇ ਹਾਂ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਕਾਇਆ ਰੂਪ ਸੁੱਖ ਹੰਢਾਉਣਾ ਹੋਇਆ ਸਾਨੂੰ। ਅਖੀਰ ਇਸ ਚਲਾਏਮਾਨ ਸੰਸਾਰ ਵਿੱਚ ਰਹਿੰਦਿਆਂ ਸੁੱਖ ਹੰਢਾਉਣ ਲਈ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਚਲਾਏਮਾਨ ਸੁੱਖ ਦੀ ਤੇ ਸਦੀਵੀ ਸੁੱਖ ਦੀ ਭਾਸ਼ਾ ਪਰਿਭਾਸ਼ਾ ਨੂੰ ਸਮਝੀਏ ਤੇ ਫਿਰ ਸਦੀਵੀ ਸੁੱਖ ਦੀ ਪਹਿਚਾਣ ਕਰੀਏ ਤੇ ਸਦੀਵੀ ਸੁੱਖ ਨੂੰ ਹੰਢਾਉਣ ਦਾ, ਪ੍ਰਾਪਤ ਕਰਨ ਦਾ ਵਿਧੀ ਵਿਧਾਂਤ ਵੀ ਸਿੱਖੀਏ। ਕਿਉਂਕਿ ਸਦੀਵੀ ਸੁੱਖ ਨੂੰ ਪ੍ਰਾਪਤ ਕਰਨ ਲਈ ਹੀ ਤਾਂ ਸਾਨੂੰ ਇਹ ਮਾਨਸ ਦੇਹ ਮਿਲੀ ਹੈ। ਤੇ ਫਿਰ ਇਸ ਮਾਨਸ ਦੇਹ ਦੇ ਰਹਿੰਦਿਆਂ ਮਾਲਕ ਸਤਿਪੁਰਖ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਦੀ ਕਿਰਪਾ ਰਹਿਮਤ ਨਾਲ, ਕਿਉਂਕਿ ਸਦੀਵੀ ਸੁੱਖ ਦਾ ਅਨੁਭਵ ਹੀ ਸਾਨੂੰ ਸੁੱਖ ਹੰਢਾਉਣ ਦੇ ਕਾਬਲ ਕਰ ਸਕਦਾ ਹੈ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।